ਸੋ ਅੱਜ ਅਸੀਂ ਇੱਕ ਕੁਐਸਚਨ ਕਰਾਂਗੇ ਵੈਕਟਰਸ ਦੇ ਉੱਪਰ। ਇਸ ਕੁਐਸਚਨ ਦੇ ਵਿੱਚ ਸਾਨੂੰ ਦੋ ਫੋਰਸਸ ਦਿੱਤੀਆਂ ਹੋਈਆਂ ਨੇ, ਉਹਨਾਂ ਦਾ ਮੈਗਨੀਟਿਊਡ ਬਰਾਬਰ ਆ ਤੇ ਜਿਹੜਾ ਉਹਨਾਂ ਦਾ ਰਿਜ਼ਲਟੈਂਟ ਆ ਉਸ ਰਿਜ਼ਲਟੈਂਟ ਦਾ ਮੈਗਨੀਟਿਊਡ ਵੀ ਦੋਨਾਂ ਵਿੱਚੋਂ ਕਿਸੇ ਇੱਕ ਫੋਰਸ ਦੇ ਮੈਗਨੀਟਿਊਡ ਦੇ ਬਰਾਬਰ ਆ। ਆਪਾਂ ਨੇ ਇਹਨਾਂ ਦੋਨਾਂ ਫੋਰਸਸ ਦੇ ਵਿੱਚ ਜਿਹੜਾ ਐਂਗਲ ਹੈਗਾ ਆ ਉਹ ਲੱਭਣਾ ਆ। ਫਾਈਂਡ ਦਾ ਐਂਗਲ ਬਿਟਵੀਨ ਟੂ ਫੋਰਸਸ। ਹੁਣ ਆਪਾਂ ਇਸ ਕੁਐਸਚਨ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੰਨ ਲਓ ਜਿਹੜੀਆਂ ਦੋ ਫੋਰਸਸ ਨੇ ਉਹ ਹੈਗੀਆਂ ਨੇ F1 ਤੇ F2। ਹੁਣ ਇਹ ਵੀ ਮੰਨ ਲੈਂਦੇ ਆ ਕਿ ਦੋਨਾਂ ਦੇ ਵਿੱਚ ਜਿਹੜਾ ਐਂਗਲ ਹੈਗਾ ਆ ਮੰਨ ਲਓ ਥੀਟਾ ਹੈਗਾ ਆ। ਹੁਣ ਕੁਐਸਚਨ ਦੇ ਵਿੱਚ ਸਾਨੂੰ ਇਹ ਦਿੱਤਾ ਹੋਇਆ ਵਾ ਕਿ F1 ਤੇ F2 ਦੋਨਾਂ ਦਾ ਮੈਗਨੀਟਿਊਡ ਇਕੁਅਲ ਹੈ। ਸੋ ਅਸੀਂ ਦੋਨਾਂ ਦਾ ਮੈਗਨੀਟਿਊਡ F ਮੰਨ ਲੈਂਦੇ ਆ ਤੇ ਇਸ ਨੂੰ ਇਕੁਏਸ਼ਨ ਨੰਬਰ ਅਸੀਂ 1 ਕਹਿ ਦਿੰਦੇ ਹਾਂ। ਮੰਨ ਲਓ ਕਿ ਜਿਹੜੀਆਂ ਦੋਨੋਂ ਫੋਰਸਸ ਨੇ ਇਹਨਾਂ ਦਾ ਜਿਹੜਾ ਰਿਜ਼ਲਟੈਂਟ ਆ ਉਹ R ਵੈਕਟਰ। ਸੋ ਕੁਐਸਚਨ ਦੇ ਵਿੱਚ ਇਹ ਵੀ ਦਿੱਤਾ ਗਿਆ ਵਾ ਕਿ ਜਿਹੜਾ ਰਿਜ਼ਲਟੈਂਟ ਆ ਉਸ ਦਾ ਮੈਗਨੀਟਿਊਡ ਦੋਨਾਂ ਵਿੱਚੋਂ ਕਿਸੇ ਇੱਕ ਫੋਰਸ ਦੇ ਮੈਗਨੀਟਿਊਡ ਦੇ ਇਕੁਅਲ ਆ। ਸੋ ਜੇ ਰਿਜ਼ਲਟੈਂਟ R ਵੈਕਟਰ ਆ ਤੇ ਇਸ ਦੇ ਮੈਗਨੀਟਿਊਡ ਨੂੰ ਅਸੀਂ R ਦੇ ਨਾਲ ਲਿਖਾਂਗੇ ਤੇ ਕੁਐਸਚਨ ਮੁਤਾਬਕ ਇਹ ਜਿਹੜੀ R ਦੀ ਵੈਲਿਊ ਆ ਇਹ ਵੀ F ਦੇ ਬਰਾਬਰ ਆ ਤੇ ਅਸੀਂ ਇਹਨੂੰ ਇਕੁਏਸ਼ਨ ਨੰਬਰ 2 ਮੰਨ ਲੈਂਦੇ ਹਾਂ। ਹੁਣ ਮੰਨ ਲਓ ਪਹਿਲੀ ਫੋਰਸ ਜਿਹੜੀ ਹੈਗੀ ਆ ਉਹ F1 ਹੈ ਜਿਹਦਾ ਮੈਗਨੀਟਿਊਡ F ਹੈ ਤੇ ਉਹਦੀ ਡਾਇਰੈਕਸ਼ਨ ਇਸ ਪਾਸੇ ਨੂੰ ਆ। ਮੰਨ ਲਓ ਜਿਹੜੀ ਦੂਸਰੀ ਫੋਰਸ ਜਿਹਨੂੰ ਕਿ ਅਸੀਂ F2 ਮੰਨਿਆ ਵਾ ਉਹਦਾ ਮੈਗਨੀਟਿਊਡ ਵੀ F ਹੈ ਤੇ ਸਪੋਜ਼ ਕਰੋ ਕਿ ਉਹਦੀ ਡਾਇਰੈਕਸ਼ਨ ਇਸ ਪਾਸੇ ਨੂੰ ਆ ਤੇ ਦੋਨਾਂ ਦੇ ਵਿੱਚ ਜਿਹੜਾ ਐਂਗਲ ਆ ਥੀਟਾ ਉਹ ਇੰਨਾ ਆ ਤੇ ਇਸ ਨੂੰ ਅਸੀਂ ਡਿਟਰਮਿਨ ਕਰਨਾ ਹੈ। ਹੁਣ ਅਸੀਂ ਰਿਜ਼ਲਟੈਂਟ ਦੇ ਲਈ ਪੈਰਲਲੋਗ੍ਰਾਮ ਲਾ ਆਫ ਵੈਕਟਰਸ ਲਗਾਉਣਾ ਚਾਹੁੰਦੇ ਹਾਂ। ਉਸ ਦੇ ਲਈ ਸਾਨੂੰ ਪਹਿਲਾਂ ਪੈਰਲਲੋਗ੍ਰਾਮ ਕੰਪਲੀਟ ਕਰਨੀ ਪਏਗੀ। ਉਸ ਦੇ ਲਈ ਅਸੀਂ ਇਸ ਪੁਆਇੰਟ ਤੋਂ ਇੱਕ ਲਾਈਨ F1 ਦੇ ਪੈਰਲਲ ਖਿੱਚਾਂਗੇ ਅਤੇ ਇਸ ਪੁਆਇੰਟ ਤੋਂ ਇੱਕ ਲਾਈਨ F2 ਦੇ ਪੈਰਲਲ ਖਿੱਚਾਂਗੇ ਕੁਝ ਇਸ ਤਰ੍ਹਾਂ। ਤੇ ਇਸ ਤਰ੍ਹਾਂ ਕੀ ਹੋਏਗਾ, ਇਹ ਦੋਨੋਂ ਜਿਹੜੀਆਂ ਲਾਈਨਸ ਨੇ ਕਿਸੇ ਪੁਆਇੰਟ ਤੇ ਕੱਟਣਗੀਆਂ ਤੇ ਜੇਕਰ ਹੁਣ ਅਸੀਂ ਇਹਨਾਂ ਦੇ ਦੋਨੋਂ ਫੋਰਸਸ ਦੇ ਕਾਮਨ ਪੁਆਇੰਟ ਤੋਂ ਆ ਡਾਇਗੋਨਲ ਵੈਕਟਰ ਇੱਥੇ ਤੱਕ ਪਲਾਟ ਕਰੀਏ ਤਾਂ ਇਹ ਜਿਹੜਾ ਡਾਇਗੋਨਲ ਵੈਕਟਰ ਆ ਇਹ ਦੋਨੋਂ ਫੋਰਸਸ ਦਾ ਰਿਜ਼ਲਟੈਂਟ ਹੋਊਗਾ ਪੈਰਲਲੋਗ੍ਰਾਮ ਲਾ ਆਫ ਦੇ ਮੁਤਾਬਕ। ਔਰ ਇਸ ਰਿਜ਼ਲਟੈਂਟ ਨੂੰ ਅਸੀਂ R ਮੰਨਿਆ ਸੀ ਔਰ ਇਸ R ਦੀ ਜਿਹੜੀ ਵੈਲਿਊ ਆ ਮੈਗਨੀਟਿਊਡ ਦੇ ਵਿੱਚ ਉਹ F ਦੇ ਇਕੁਅਲ ਹੈ। ਸਾਨੂੰ ਪਤਾ ਹੈ ਪੈਰਲਲੋਗ੍ਰਾਮ ਲਾ ਆਫ ਵੈਕਟਰਸ ਦੇ ਮੁਤਾਬਕ ਦੋ ਫੋਰਸਸ ਦੇ ਰਿਜ਼ਲਟੈਂਟ ਦਾ ਫਾਰਮੂਲਾ ਕੁਝ ਇਸ ਤਰ੍ਹਾਂ ਦਾ ਹੁੰਦਾ ਆ। R is equal to square root of F1 square plus F2 square plus 2F1 F2 cos theta। ਪਰ ਸਾਨੂੰ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਵਾ ਕਿ R F1 ਤੇ F2 ਇਹਨਾਂ ਸਾਰੀਆਂ ਦੀ ਜਿਹੜੀ ਵੈਲਿਊ ਆ ਉਹ F ਆ। ਸੋ ਅਸੀਂ ਇਹਨਾਂ ਸਾਰੀਆਂ ਦੀ ਥਾਂ ਤੇ F ਦੀ ਵੈਲਿਊ ਲਿਖ ਦਿੰਦੇ ਆ। ਹੁਣ ਇਸ ਨੂੰ ਅਸੀਂ ਜੇ ਸਿੰਪਲੀਫਾਈ ਕਰੀਏ ਤੇ ਇਹ ਐਡ ਹੋ ਕੇ 2F ਸਕੁਅਰ ਬਣ ਜਾਏਗਾ ਤੇ ਇਕੁਏਸ਼ਨ ਕੁਝ ਇਸ ਤਰ੍ਹਾਂ ਸਿੰਪਲੀਫਾਈ ਹੋ ਜਾਏਗੀ। ਹੁਣ ਇਹਨਾਂ ਦੋਨਾਂ ਦੇ ਵਿੱਚੋਂ ਅਸੀਂ 2F ਸਕੁਅਰ ਕਾਮਨ ਕੱਢ ਸਕਦੇ ਹਾਂ ਤੋਂ ਉਸ ਤੋਂ ਬਾਅਦ 2F ਸਕੁਅਰ ਕਾਮਨ ਕੱਢਣ ਤੋਂ ਬਾਅਦ ਇਹ ਜਿਹੜੀ ਇਕੁਏਸ਼ਨ ਹੋਰ ਸਿੰਪਲੀਫਾਈ ਹੋ ਜਾਏਗੀ। ਹੁਣ ਸਾਡੇ ਕੋਲੇ ਇਸ ਇਕੁਏਸ਼ਨ ਦੇ ਵਿੱਚ ਅਸੀਂ 1 cos θ is equal to 2 cos square θ by 2 ਇਹ ਫਾਰਮੂਲਾ ਜੇਕਰ ਅਪਲਾਈ ਕਰ ਦਈਏ ਤੇ ਇਸ ਇਕੁਏਸ਼ਨ ਨੇ ਹੋਰ ਸਿੰਪਲੀਫਾਈ ਹੋ ਕੇ ਇੱਥੇ 4F ਸਕੁਅਰ ਬਣਾ ਦੇਣਾ ਹੈ ਤੇ ਐਂਗਲ ਜਿਹੜਾ ਆ ਉਹ cos square θ by 2 ਬਣ ਜਾਏਗਾ। ਹੁਣ ਅਸੀਂ ਸਕੁਅਰ ਰੂਟ ਦੇ ਵਿੱਚੋਂ ਇਹਨਾਂ ਟਰਮਸ ਨੂੰ ਬਾਹਰ ਕੱਢ ਸਕਦੇ ਹਾਂ ਤੇ ਸਾਡਾ ਆਨਸਰ ਆ ਜਾਏਗਾ F is equal to 2F cos θ by 2 ਤੇ ਸਕੁਅਰ ਰੂਟ ਇਕੁਏਸ਼ਨ ਦੇ ਵਿੱਚੋਂ ਹਟ ਜਾਏਗਾ। ਹੁਣ ਦੋਨੋਂ ਪਾਸੇ ਕਿਉਂਕਿ F ਹੈਗਾ ਆ ਅਸੀਂ ਇਸ F ਨੂੰ ਤੇ ਇਸ F ਨੂੰ ਕੈਂਸਲ ਕਰ ਸਕਦੇ ਹਾਂ ਜਿਸ ਤੋਂ ਬਾਅਦ ਸਾਡਾ ਆਨਸਰ ਆ ਜਾਏਗਾ 1 is equal to 2 cos θ by 2 ਅਤੇ ਅਸੀਂ ਇਸ ਨੂੰ ਹੋਰ ਸਿੰਪਲੀਫਾਈ ਕਰਾਂਗੇ ਤਾਂ ਸਾਡਾ cos θ by 2 is equal to ਹਾਫ ਆ ਜਾਏਗਾ। ਔਰ ਸਾਨੂੰ ਇਹ ਪਤਾ ਹੈ ਕਿ ਜਦੋਂ cos ਕਿਸੇ ਵੀ ਐਂਗਲ ਦੇ ਲਈ ਹਾਫ ਵੈਲਿਊ ਦਿੰਦਾ ਹੈ ਤਾਂ ਉਹ ਐਂਗਲ 60 ਡਿਗਰੀ ਹੁੰਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ θ by 2 is equal to 60 ਡਿਗਰੀ ਆ ਜਾਂ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ θ is equal to 120 ਡਿਗਰੀ ਹੈ। ਇਸ ਲਈ ਜਿਹੜੀਆਂ ਦੋ ਫੋਰਸਸ ਸਾਨੂੰ ਦਿੱਤੀਆਂ ਸੀਗੀਆਂ ਉਹਨਾਂ ਦੇ ਵਿੱਚ ਜਿਹੜਾ ਐਂਗਲ ਆ ਉਹ 120 ਡਿਗਰੀ ਜਾਂ 120 ਡਿਗਰੀ ਆ। ਥੈਂਕ ਯੂ।